अस्सलाम वालेकुम। दोस्त पूछ रहे ने कि तीली ਨੂੰ ਅਸੀਂ ਪਹਿਲਾ ਸਪਰੇ ਜਿਹੜਾ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ NPK ਕਿਉਂ ਡਲਵਾ ਰਹੇ ਜੇ। ਮੈਂ ਤੁਹਾਨੂੰ ਪਹਿਲੇ ਹੀ ਇੱਕ ਚੀਜ਼ ਅਰਜ਼ ਕੀਤੀ ਸੀ ਕਿ ਤਿਲ ਦੇ ਵਿੱਚ ਇਹ ਜ਼ਿਹਨ ਵਿੱਚ ਰੱਖੋ, ਤਿਲ ਨੂੰ ਨਾਰਮਲ ਫਸਲ ਦੇ ਤੌਰ ਤੇ ਨਾ ਲਾਓ। ਬੜੀ ਮਾਯੂਸੀ ਹੁੰਦੀ ਜਿਸ ਵਕਤ ਦੋਸਤ ਕਹਿੰਦੇ ਨੇ ਤਿਲ ਦੇ ਨੀਚੇ ਮੈਂ DAP ਪਾਵਾਂ ਜਾਂ ਨਾ ਪਾਵਾਂ। ਅਗਰ ਤੁਸੀਂ 15-20 ਮਣ ਤਿਲ ਦੀ ਪੈਦਾਵਾਰ ਐਵਰੇਜ ਲੈ ਲੈਂਦੇ ਜੇ ਤੇ ਦੋ ਮੁੰਜੀਆਂ ਨਾਲੋਂ ਬਿਹਤਰੀਨ ਤੁਹਾਡੇ ਕੋਲ ਆਪਸ਼ਨ ਹੈ। ਤੇ ਲਿਹਾਜ਼ਾ ਇਹਦੇ ਤੇ ਖਰਚਾ ਕਰਨ ਦੇ ਵਿੱਚ ਬਿਹਤਰੀਨ ਫਸਲ ਹੈ, ਬਹੁਤ ਅੱਛੀ ਐਵਰੇਜ ਦੇ ਸਕਦੀ। ਥੋੜਾ ਜਿਹਾ ਖਰਚਾ 1-2 ਮਣ 3 ਮਣ ਉੱਪਰ ਲਗਾਉਣ ਨਾਲ ਅਗਰ 5-6 ਮਣ ਤੁਹਾਡੀ ਐਵਰੇਜ ਵੱਧਦੀ ਹੈ ਤੇ ਇਸ ਤੋਂ ਅੱਛਾ ਸੌਦਾ ਕੋਈ ਨਹੀਂ। ਸਭ ਤੋਂ ਪਹਿਲੀ ਚੀਜ਼ ਹੈ, ਪਹਿਲੇ ਸਪਰੇ ਦੇ ਵਿੱਚ NPK ਔਰ ਜਿਬਰੈਲਿਕ ਐਸਿਡ ਕਿਉਂ ਡਲਵਾ ਰਹੇ ਹਾਂ। ਉਹਦੀ ਵਜ੍ਹਾ ਇਹ ਹੈ ਤਾਂ ਕਿ ਸ਼ੁਰੂ ਵਿੱਚ ਹੀ ਇਹਨੂੰ ਖਾਦ ਪੱਤਿਆਂ ਦੇ ਜ਼ਰੀਏ ਦੇਣਾ ਸ਼ੁਰੂ ਕਰ ਦਿਓ। ਜਿਹੜੇ ਜ਼ਿਮੀਦਾਰ ਉੱਪਰੋਂ ਪੱਤਿਆਂ ਦੇ ਜ਼ਰੀਏ ਨੂੰ ਖਾਦ ਦਿੰਦੇ ਰਹਿਣਗੇ ਤਿਲ ਦੀ ਐਵਰੇਜ ਅੱਛੀ ਲੈਣਗੇ। ਥੱਲੇ ਫਲੱਡ ਵਾਲੀ ਖਾਦ ਦੀ ਆਪਸ਼ਨ ਮੌਜੂਦ ਨਹੀਂ ਹੈ ਤੁਹਾਡੇ ਕੋਲ। ਅਗਰ ਬਾਰਿਸ਼ਾਂ ਹੋ ਗਈਆਂ ਤਾਂ ਪਾਣੀ ਬਿਲਕੁਲ ਨਹੀਂ ਲੱਗਣਾ, ਔਰ ਅਗਰ ਪਾਣੀ ਲੱਗ ਵੀ ਰਿਹਾ ਹੈ ਤੇ ਉਹਦੇ ਵਿੱਚ ਤੁਸੀਂ ਯੂਰੀਆ ਲਗਾਓਗੇ ਤੇ ਉਹ ਜ਼ਿਆਦਾ ਡੈਮੇਜ ਕਰ ਜਾਂਦਾ ਕਈ ਦਫਾ। ਅਗਰ ਬੀਜ ਬਿਮਾਰ ਹੋਵੇ ਤੇ ਉਹਨੂੰ ਪ੍ਰੋਬਲਮ ਆ ਜਾਂਦੇ ਨੇ। ਲਿਹਾਜ਼ਾ ਹਰ ਸਪਰੇ ਜਿਹੜਾ ਤਿਲ ਦਾ ਹੋਣਾ, 1-2 ਜਾਂ 3 ਸਪਰੇ ਹੋਣੇ ਨੇ। ਹਰ ਸਪਰੇ ਦੇ ਵਿੱਚ ਤੁਸੀਂ ਲਾਜ਼ਮੀ ਕੋਈ ਨਾ ਕੋਈ NPK, ਮੈਂ ਜ਼ਾਤੀ ਤੌਰ ਤੇ ਜਿਹੜੇ NPK ਐਡ ਕਰਵਾ ਰਿਹਾ ਕ੍ਰੌਪ ਸਟੇਜ ਦੇ ਹਿਸਾਬ ਨਾਲ ਕਰਵਾ ਰਿਹਾ। ਪਹਿਲਾ NPK ਜਿਹੜਾ ਅਸੀਂ ਐਡ ਕਰਵਾ ਰਹੇ ਹਾਂ ਫਾਸਫੋਰਸ ਜ਼ਿਆਦਾ ਹੈ, 10-50-10 ਦੇ ਵਿੱਚ ਫਾਸਫੋਰਸ ਜ਼ਿਆਦਾ ਹੈ। ਦੂਸਰਾ NPK ਜਿਹੜਾ ਕਰਵਾ ਰਹੇ ਹਾਂ ਉਹ ਨਾਰਮਲ NPK ਬਰਾਬਰ ਨੇ। ਤੀਸਰਾ ਜਿਹੜਾ ਅਸੀਂ ਸਪਰੇ ਕਰਵਾਉਣਾ ਉਹਦੇ ਵਿੱਚ ਪੋਟਾਸ਼ ਐਡ ਕਰਵਾਉਣੀ, ਅੱਛੀ ਪੋਟਾਸ਼ ਐਡ ਕਰਵਾਉਣੀ ਇਨਸ਼ਾਅੱਲਾ। ਇਸ ਤਰੀਕੇ ਨਾਲ ਇਹਦਾ ਪਲਾਨ ਹੈ ਜੀ ਸਾਡਾ। ਦੂਸਰੀ ਚੀਜ਼ ਇਹ ਹੈ ਕਿ ਸੁੰਡੀ, ਤਿਲ ਬਾਹਰ ਨਿਕਲਿਆ ਫੌਰੀ ਤੌਰ ਤੇ ਸੁੰਡੀ ਦਾ ਅਟੈਕ ਹੋ ਗਿਆ ਹੈ। ਇਹਦੇ ਵਿੱਚ ਸਭ ਤੋਂ ਅੱਛਾ ਜਿਹੜਾ ਕਾਰਗਰ ਜ਼ਹਿਰ ਅੱਛਾ ਰਿਜ਼ਲਟ ਦੇ ਰਿਹਾ ਹੋਇਆ ਕਲੋਰੈਂਟਰਨਿਲੀਪ੍ਰੋਲ ਪਲੱਸ ਐਮਾਮੈਕਟਨ, ਸਾਰੀਆਂ ਕੰਪਨੀਆਂ ਦੇ ਰਹੀਆਂ ਨੇ 1 ਪੈਕ ਫੀ ਏਕੜ। ਇਹ ਤੁਸੀਂ ਇਹਦੇ ਵਿੱਚ ਹੀ NPK ਔਰ ਜਿਬਰੈਲਿਕ ਐਸਿਡ ਐਡ ਕਰਕੇ ਪਹਿਲਾਂ ਸਪਰੇ ਅੱਛਾ ਕਰੋ, ਤਿਲ ਦੇ ਅੱਛੇ ਉਗਾਓ, ਅੱਛੇ ਝਾੜ ਬਣਨ ਦੇ ਵਿੱਚ ਇਨਸ਼ਾਅੱਲਾ ਪੈਦਾਵਾਰ ਦਾ ਰਾਜ਼ ਹੈ। ਬਹੁਤ ਸ਼ੁਕਰੀਆ। अस्सलाम वालेकुम।